स्टूडेंट्स आई एम हनीश बंसल आई एम योर अकाउंट्स ਲੈਕਚਰਰ। ਤਾਂ ਸਟੂਡੈਂਟਸ ਤੁਸੀਂ ਚੈਨਲ 'ਤੇ ਆਏ ਹੋ ਤਾਂ ਤੁਸੀਂ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕੋਈ ਵੀ ਵੀਡੀਓ ਦੇ ਦੇਖਦੇ ਹੋ, ਠੀਕ ਹੈ। ਅਤੇ ਅੱਜ ਆਪਣਾ ਟੋਪਿਕ ਹੈ GST, ਜਿਹਦਾ ਫੁੱਲ ਫਾਰਮ ਹੈ ਗੁੱਡਸ ਐਂਡ ਸਰਵਿਸਿਜ਼ ਟੈਕਸ। ਤਾਂ GST ਨੂੰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ। ਇਹ +1 ਕਮਰਸ ਅਕਾਊਂਟਸ ਦੀ ਕਲਾਸ ਹੈ, ਠੀਕ ਹੈ। ਅਤੇ ਇਹਨੂੰ ਆਪਾਂ ਇੰਨੀ ਵਧੀਆ ਡਿਟੇਲ 'ਚ ਕਰਾਂਗੇ, ਤੁਹਾਨੂੰ ਹੋਰ ਕਿਤੋਂ ਕੁਛ ਵੀ ਕਰਨ ਦੀ ਲੋੜ ਨਹੀਂ ਹੈਗੀ। ਤਾਂ GST ਨੂੰ ਆਪਾਂ ਬਿਲਕੁਲ ਬੇਸਿਕ ਤੋਂ ਬਿਲਕੁਲ ਕਰੈਕਟਲੀ ਤਰੀਕੇ ਨਾਲ, ਮਤਲਬ ਜੋ ਆਪਾਂ ਨੂੰ ਯੂਜ਼ਫੁਲ ਹੁੰਦਾ ਹੈ ਕਿ ਅਕਾਊਂਟਸ ਦੇ ਵਿੱਚ ਕੀ, ਤਾਂ ਉਹ ਸਾਰੀ ਤਰੀਕੇ ਨਾਲ ਆਪਾਂ ਪੜ੍ਹਾਂਗੇ। ਤਾਂ ਸਟੂਡੈਂਟ ਬਸ ਨਾਲ ਨਾਲ ਬਣੇ ਰਹੋ ਅਤੇ ਮੇਰੇ ਲੈਕਚਰ ਨੂੰ ਬੜੇ ਧਿਆਨ ਨਾਲ ਸੁਣਨਾ। ਅਗਰ ਤੁਸੀਂ ਮੇਰੇ ਲੈਕਚਰ ਨੂੰ ਇਕੱਲੀ ਲਾਈਨ ਨੂੰ ਬੜੇ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣੋਗੇ ਤਾਂ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਣਾ GST, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ। ਤਾਂ ਹੁਣ GST ਕੀ ਹੁੰਦਾ ਸਟੂਡੈਂਟਸ? ਹੁਣ GST ਨੂੰ ਸਮਝਣ ਵਾਸਤੇ ਮੈਂ ਤੁਹਾਨੂੰ ਪਹਿਲਾਂ ਇੱਕ ਡਿਟੇਲ ਦੇ ਵਿੱਚ ਕਾਪੀ 'ਤੇ ਸਮਝਾਉਣਾ, ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਥੇ ਡੈਫੀਨੇਸ਼ਨ 'ਤੇ ਆਊਂਗਾ। ਦੇਖੋ ਸਟੂਡੈਂਟਸ, GST ਮੈਂ ਤੁਹਾਨੂੰ ਪਹਿਲਾਂ ਇੱਥੇ ਡਿਟੇਲ 'ਚ ਸਮਝਾਊਂਗਾ। ਦੇਖੋ GST ਤੋਂ ਪਹਿਲਾਂ ਕੀ ਹੁੰਦਾ ਸੀ ਸਟੂਡੈਂਟਸ, ਕਿ ਪਹਿਲਾਂ ਆਪਾਂ ਇਹਦੇ ਵਿੱਚ ਦੇਖੋ ਪਹਿਲਾਂ ਕੀ ਹੁੰਦਾ ਸੀਗਾ, ਸਰਵਿਸ ਟੈਕਸ ਹੁੰਦਾ ਸੀਗਾ, ਸਰਵਿਸ ਟੈਕਸ। ਫਿਰ ਉੱਥੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਫਿਰ ਵੈਟ ਹੁੰਦਾ ਸੀ, ਠੀਕ ਹੈ, ਐਕਸਾਈਜ਼ ਡਿਊਟੀ। ਇਹ ਅਤੇ ਹੋਰ ਸਾਰੇ ਜਿਹੜੇ ਵੀ ਇਨਡਾਇਰੈਕਟ ਟੈਕਸ ਬਹੁਤ ਸਾਰੇ ਹੋਇਆ ਕਰਦੇ ਸੀਗੇ ਸਟੂਡੈਂਟਸ, ਠੀਕ ਹੈ। ਅਤੇ ਇਹਨਾਂ ਨੂੰ ਹਟਾ ਕੇ ਆਪਾਂ ਨੇ ਕੀ ਲਿਆਂਦਾ ਗਿਆ, ਇਹ GST ਲਿਆਂਦਾ ਗਿਆ। ਪਹਿਲਾਂ ਕੀ ਹੁੰਦਾ ਸੀ, ਸਰਵਿਸ ਟੈਕਸ, ਮਤਲਬ ਸਰਵਿਸਿਸ ਦੇ ਉੱਤੇ ਟੈਕਸ ਲੱਗਦਾ ਸੀ, ਇਹਨੂੰ ਅਲੱਗ ਟੈਕਸ ਚਾਰਜ ਕਰਦੇ ਸੀ। ਫਿਰ ਰਿਟਰਨਾਂ ਇਹਦੀਆਂ ਅੱਡ ਭਰਦੇ ਸੀ, ਫਿਰ ਇਹ 'ਤੇ ਅੱਡ ਚਾਰਜ ਕਰਦੇ ਸੀ, ਇਹਦੀ ਰਿਟਰਨ ਅੱਡ, CST ਵਗੈਰਾ ਵੀ ਹੁੰਦਾ ਸੀ, ਅਤੇ ਇਹਦੀ ਵੀ ਸਾਰਿਆਂ ਦੀ ਅਲੱਗ ਅਲੱਗ ਸਿਸਟਮ ਆਪਾਂ ਚਾਰਜ ਕਰਦੇ ਸੀ ਇਹਨਾਂ ਨੂੰ। ਹੁਣ ਉਸ ਟਾਈਮ ਕੀ ਹੁੰਦਾ, ਹਰ ਸਟੇਟ ਦਾ ਅਲੱਗ ਅਲੱਗ ਟੈਕਸ ਹੁੰਦਾ ਸੀਗਾ। ਜਿਵੇਂ GST ਲਿਆਂਦਾ ਗਿਆ, GST ਲਿਆਉਣ ਦਾ ਮਕਸਦ ਇਹ ਸੀਗਾ ਕਿ ਹਰੇਕ ਸਟੇਟ ਦੇ ਵਿੱਚ, ਮਤਲਬ ਪੂਰੇ ਦੇਸ਼ 'ਚ ਇਹ ਹਰ ਚੀਜ਼ ਦਾ ਇੱਕੋ ਹੀ ਟੈਕਸ ਹੋਵੇ, ਹਰ ਚੀਜ਼ ਦੇ ਉੱਤੇ ਇੱਕੋ ਹੀ ਟੈਕਸ ਲੱਗੇ, ਅਤੇ ਕਿਸੇ ਨੂੰ ਜ਼ਿਆਦਾ ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਸਾਰਾ ਕੁਛ ਇਹਦੇ ਵਿੱਚ ਹੀ ਕਰ ਦਿੱਤਾ ਗਿਆ ਮਿਕਸ। ਇਹਨੂੰ GST ਬੋਲਦੇ ਨੇ। ਇਹਨੂੰ ਕੀ ਬੋਲਦੇ ਆਪਾਂ, ਗੁੱਡਸ ਐਂਡ ਸਰਵਿਸਿਜ਼ ਟੈਕਸ। ਇਹਦੀ ਫੁੱਲ ਫਾਰਮ ਕੀ ਆ, ਗੁੱਡਸ ਐਂਡ ਸਰਵਿਸ ਟੈਕਸ। ਇਹ ਮਤਲਬ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਇੱਕ ਇਹ GST ਬਣਾ ਦਿੱਤਾ ਗਿਆ। ਤਾਂ ਸਟੂਡੈਂਟ ਇਹ ਕਲੀਅਰ ਹੋ ਗਿਆ ਸਾਰਿਆਂ ਨੂੰ। ਇੱਕ ਗੱਲ ਹੋਰ, ਕਾਂਗਰਸ ਦੀ ਸਰਕਾਰ ਨੇ GST ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ, ਕਾਂਗਰਸ ਦੀ ਸਰਕਾਰ ਨੇ, ਬਟ ਉਸ ਟਾਈਮ ਡਾਕਟਰ ਮਨਮੋਹਨ ਸਿੰਘ ਹੁੰਦੇ ਸੀਗੇ, ਡਾਕਟਰ ਮਨਮੋਹਨ ਸਿੰਘ, ਠੀਕ ਹੈ। ਅਤੇ ਉਹਨਾਂ ਨੇ ਇਸ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ, ਬਟ ਉਹਨਾਂ ਨੇ ਉਹ ਜ਼ਿਆਦਾ ਬਿੱਲ ਅੱਗੇ ਪਾਸ ਨਹੀਂ ਹੋ ਪਾਇਆ, ਜਿਹਦੇ ਵਿੱਚ ਕੀ ਹੈ, ਫਿਰ ਅੱਗੇ ਇਹ ਲਾਗੂ ਨਹੀਂ ਹੋ ਪਾਇਆ ਸੀਗਾ। ਬਟ ਬਾਅਦ ਦੇ ਵਿੱਚ ਕੀ ਹੋਇਆ, ਠੀਕ ਹੈ, ਮੋਦੀ ਸਰਕਾਰ ਨੇ, ਮਤਲਬ BJP ਸਰਕਾਰ ਨੇ ਇਹਨੂੰ ਲਿਆ ਦਿੱਤਾ ਗਿਆ, ਠੀਕ ਹੈ। ਅਤੇ ਹੁਣ ਉਸ ਟਾਈਮ ਕੀ ਸੀਗਾ, ਕਾਂਗਰਸ ਸਰਕਾਰ ਇਹਨੂੰ ਲਿਆਉਣਾ ਚਾਹੁੰਦੀ ਸੀ, ਬਟ ਉਸ ਟਾਈਮ ਇਹਦੇ ਵਿਪਕਸ਼ ਸੀਗਾ BJP, ਫਿਰ ਉਹਨਾਂ ਨੇ ਇਹਨੂੰ ਲਾਗੂ ਨਹੀਂ ਕਰਨ ਦਿੱਤਾ। ਹੁਣ ਜਦੋਂ ਮੋਦੀ ਸਰਕਾਰ ਨੇ ਇਹਨੂੰ ਲਿਆ ਦਿੱਤਾ ਤਾਂ ਵਿਪਕਸ਼ ਖੁਦ ਹੀ ਕਾਂਗਰਸ ਹੈ, ਤਾਂ ਇਹ ਲਾਗੂ ਹੋ ਗਿਆ। ਤਾਂ ਕਲੀਅਰ ਹੋ ਗਿਆ ਸਾਰਿਆਂ ਨੂੰ ਇਹਦਾ ਜਿਹੜੀ ਹਿਸਟਰੀ ਬੈਕਗਰਾਊਂਡ ਇਹ ਸੀਗੀ। ਅਤੇ ਹੁਣ ਉਸ ਤੋਂ ਬਾਅਦ ਕੀ ਹੈ ਸਟੂਡੈਂਟ, GST ਦੇ ਵਿੱਚ GST ਜਦੋਂ ਲਿਆਂਦਾ ਗਿਆ, ਇਹਦਾ ਹੁਣ ਇਹ ਇੱਕ ਇਨਡਾਇਰੈਕਟ ਟੈਕਸ ਹੈ। GST ਕੀ ਹੈ, ਇੱਕ ਇਨਡਾਇਰੈਕਟ ਟੈਕਸ ਹੈ, ਇਨਡਾਇਰੈਕਟ ਟੈਕਸ ਹੈ। ਅਤੇ ਇਹ ਇਨਡਾਇਰੈਕਟ ਟੈਕਸ ਹੈ, ਇਹਦੇ ਵਿੱਚ ਕੀ ਹੈ, ਤਾਂ ਹੁਣ ਇਹ ਕਿਸ 'ਤੇ ਚਾਰਜ ਲੱਗਦਾ ਹੈ, ਇਹਨੂੰ ਆਪਾਂ ਚਾਰਜ ਦਾ ਮਤਲਬ ਆਪਾਂ ਇਹਨੂੰ ਜੋ ਟੈਕਨੀਕਲ ਲੈਂਗੁਏਜ ਨੂੰ ਬੋਲਦੇ ਆਪਾਂ ਲੈਵਿਡ, ਲੈਵਿਡ ਦਾ ਮਤਲਬ ਹੁੰਦਾ ਚਾਰਜ, ਠੀਕ ਹੈ। ਅਤੇ ਕਿਸ 'ਤੇ ਲੱਗਦਾ ਹੈ, ਗੁੱਡਸ ਅਤੇ ਸਰਵਿਸਿਜ਼ 'ਤੇ, ਗੁੱਡਸ ਅਤੇ ਸਰਵਿਸਿਜ਼ 'ਤੇ। ਪਰ ਕਹਿੰਦੇ GST ਲੱਗ ਤਾਂ ਸਾਰੇ ਕਿਤੇ ਜਾਂਦਾ, ਬਟ ਕਿਸ ਚੀਜ਼ 'ਤੇ ਨਹੀਂ ਲੱਗਦਾ, ਇਹ ਪੈਟਰੋਲੀਅਮ 'ਤੇ ਨਹੀਂ ਲੱਗਦਾ, ਪੈਟਰੋਲੀਅਮ ਅਤੇ ਐਲਕੋਹਲ 'ਤੇ ਨਹੀਂ ਲੱਗਦਾ। ਇਹਨੂੰ ਛੱਡ ਕੇ ਤਾਂ GST ਸਾਰਿਆਂ 'ਤੇ ਚਾਰਜ ਹੋ ਜਾਂਦਾ। ਸਮਝ ਆਈ ਗੱਲ? ਤਾਂ ਹੁਣ ਇੱਕ ਗੱਲ ਹੋਰ ਹੈ, ਅਤੇ ਇਹ ਜੇ ਹੁਣ ਤੁਹਾਨੂੰ GST ਦਾ ਪਤਾ ਲੱਗ ਗਿਆ ਕਿ ਇਹਦਾ ਮਤਲਬ ਕੀ ਹੈ, ਹੁਣ ਤੁਹਾਨੂੰ ਮੈਂ ਇਹਦੀ ਡੈਫੀਨੇਸ਼ਨ ਵੀ ਪੜ੍ਹਾ ਦਿੰਦਾ। ਦੇਖੋ ਸਟੂਡੈਂਟਸ, GST ਕੀ ਹੁੰਦਾ, GST ਦਾ ਮਤਲਬ ਕੀ ਹੁੰਦਾ ਸਟੂਡੈਂਟ, GST ਇਜ਼ ਏ ਕੰਪਰੀਹੈਂਸਿਵ ਇਨਡਾਇਰੈਕਟ ਟੈਕਸ ਲੈਵਿਡ ਐਟ ਦਾ ਪ੍ਰਿਸਕ੍ਰਾਈਬਡ ਰੇਟ ਐਂਡ ਔਨ ਐਵਰੀ ਸਪਲਾਈ ਦੈਟ ਇਜ਼ ਸੇਲ ਆਫ ਗੁੱਡਸ ਐਂਡ ਔਰ ਸਰਵਿਸਿਜ਼ ਐਗਜ਼ੈਂਪਟ ਔਨ ਪੈਟਰੋਲੀਅਮ। ਐਗਜ਼ੈਂਪਟ ਦਾ ਮਤਲਬ ਇਹਨਾਂ 'ਤੇ ਨਹੀਂ ਲੱਗਦਾ, ਪੈਟਰੋਲੀਅਮ ਅਤੇ ਐਲਕੋਹਲ ਫॉर ਹਿਊਮਨ ਕੰਜ਼ੰਪਸ਼ਨ। ਸਮਝ ਆ ਗਈ ਸਾਰਿਆਂ ਨੂੰ ਸਟੂਡੈਂਟਸ? ਅੱਗੇ ਦੇਖੋ,
ਇਹਦੇ ਕਰੈਕਟਰਿਸਟਿਕਸ ਕੀ ਨੇਗੇ GST ਦੇ। ਕਹਿੰਦੇ GST ਇੱਕ ਕੰਪਰੀਹੈਂਸਿਵ ਇਨਡਾਇਰੈਕਟ ਟੈਕਸ ਹੈ। ਕਹਿੰਦੇ ਕੰਪਰੀਹੈਂਸਿਵ ਇਨਡਾਇਰੈਕਟ ਟੈਕਸ ਕਿਵੇਂ ਹੈ, ਪਹਿਲਾਂ ਟੈਕਸ ਕਿਸ 'ਤੇ ਲੱਗਦਾ ਸੀਗਾ, ਸਰਵਿਸ ਟੈਕਸ, ਐਕਸਾਈਜ਼ ਡਿਊਟੀ, ਇੰਨਾ ਸਾਰਾ ਟੈਕਸ ਲੱਗਦਾ ਸੀ। ਹੁਣ ਇਕੱਲਾ GST ਸਾਰਿਆਂ ਨੂੰ ਮਿਕਸ ਕਰਕੇ ਇੱਕ ਇਕੱਲਾ ਹੀ GST ਬਣਾ ਦਿੱਤਾ ਗਿਆ, ਜਿਸ ਇਸ ਲਈ ਇਹ ਕੀ ਹੈ, ਕੰਪਰੀਹੈਂਸਿਵ ਹੈ। ਕਹਿੰਦੇ ਇੱਕ ਵੈਲਿਊ ਐਡਡ ਟੈਕਸ ਹੈ। ਵੈਲਿਊ ਐਡਡ ਟੈਕਸ ਮਤਲਬ ਕਿ ਇਹ ਜਿਹੜੀ ਵੀ ਵੈਲਿਊ ਆਪਾਂ ਬਣਦੀ ਹੈ ਗੁਡਸ ਦੀ, ਉਹਦੇ ਉੱਤੇ ਟੈਕਸ ਲੱਗਦਾ। ਠੀਕ ਹੈ, ਇਹ GST ਕੋਈ ਕੋਸਟ ਨਹੀਂ ਹੈਗੀ। GST ਪੇਡ ਇਜ਼ ਨੋਟ, GST ਪੇ ਕੀਤਾ ਜਾਂਦਾ, ਇੱਕ ਕੋਸਟ ਨਹੀਂ ਹੈਗੀ। ਇਹ ਯੂਨੀਫਾਰਮ GST ਰੇਟ, ਜਿਹੜੇ ਵੀ ਯੂਨੀਫਾਰਮ ਰੇਟ ਬਣੇ ਹੋਏ ਨੇ GST ਦੇ, ਹੁਣ ਜਿੱਥੇ ਬਣਿਆ ਹੋਇਆ ਜਿਵੇਂ 0%, ਕਿਸੇ 4%, ਕਿਸੇ 'ਤੇ ਲਗਾ ਲਓ 8%, 14%, 28%, ਇਹ ਜਿਹੜੇ ਵੀ ਯੂਨੀਫਾਰਮ ਟੈਕਸਿਸ ਦੇ ਰੇਟ ਬਣੇ ਹੋਏ ਨੇ, ਇਹਦੇ ਅਕੋਰਡਿੰਗ ਹੀ GST ਚਾਰਜ ਹੁੰਦਾ। ਹਰੇਕ ਦੀ ਗੁਡਸ ਦੇ ਅਲੱਗ ਅਲੱਗ ਯੂਨੀਫਾਰਮ ਰੇਟ ਬਣੇ ਹੋਏ ਨੇਗੇ। ਸਾਰਿਆਂ ਨੂੰ ਸਮਝ ਆ ਗਿਆ ਕਰੈਕਟਰਿਸਟਿਕਸ। ਅਤੇ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਹ ਆਪਣੀ ਕਾਪੀ 'ਤੇ ਉਤਾਰ ਲਓ। ਪੇਪਰ 'ਚ ਥਿਊਰੀ ਵੀ ਆ ਸਕਦੀ ਹੈ, ਤਾਂ ਉਹ ਥਿਊਰੀ ਤੁਹਾਨੂੰ ਇਸ ਦੇ ਅਕੋਰਡਿੰਗ ਹੀ ਲਿਖਣੀ ਹੈ। ਕਲੀਅਰ ਹੈ ਸਾਰਿਆਂ ਨੂੰ ਸਟੂਡੈਂਟ। ਅੱਗੇ ਆ ਜਾਂਦਾ ਓਬਜੈਕਟਿਵ ਕੀ ਨੇਗੇ GST ਦੇ। ਕਹਿੰਦੇ ਓਬਜੈਕਟਿਵ ਕੀ ਹੁੰਦੇ ਨੇ GST ਦੇ, ਡਿਵੈਲਪਿੰਗ ਕਾਮਨ ਨੈਸ਼ਨਲ ਮਾਰਕੀਟ। ਕਹਿੰਦੇ ਕਾਮਨ ਨੈਸ਼ਨਲ ਮਾਰਕੀਟ ਦਾ ਓਬਜੈਕਟਿਵ, ਹੁਣ ਮੈਂ ਦੇਖੋ ਤੁਹਾਨੂੰ ਉੱਥੇ ਸਮਝਾਇਆ ਪੇਜ 'ਤੇ ਕਿ GST ਲਿਆਂਦਾ ਕਾਹਦੇ ਵਾਸਤੇ ਕਿਹਾ, ਕਿ ਹਰੇਕ ਪਹਿਲਾਂ ਕੀ ਹੁੰਦਾ ਸੀ, ਹਰ ਸਟੇਟ ਦਾ ਅਲੱਗ ਅਲੱਗ ਟੈਕਸ ਲੱਗਦਾ ਸੀ। ਇਹਦਾ ਪ੍ਰੋਡਕਟ ਦਾ ਅੱਡ, ਉਹਦਾ ਹਰਿਆਣੇ ਦਾ ਅੱਡ, ਦਿੱਲੀ ਦਾ ਅੱਡ, ਹਰੇਕ ਦਾ ਅਲੱਗ ਅਲੱਗ ਟੈਕਸ ਲੱਗਦਾ ਸੀ। ਹੁਣ GST ਲਿਆਉਣ ਨਾਲ ਕੀ ਹੋਗਾ, ਨੈਸ਼ਨਲ ਦੇ ਵਿੱਚ ਕਿਸੇ ਵੀ ਕੋਈ ਵੀ ਪ੍ਰੋਡਕਟ ਖਰੀਦ ਰਿਹਾ, ਉਹਦਾ ਇੱਕੋ ਹੀ ਟੈਕਸ ਹੋਊਗਾ, ਇੱਕੋ ਹੀ ਰੇਟ ਹੋਊਗਾ। ਠੀਕ ਹੈ, ਇਹਦੇ ਨਾਲ ਕੀ ਹੈ, ਬਿਜ਼ਨਸ ਬਹੁਤ ਜ਼ਿਆਦਾ ਕੀ ਹੋ ਗਿਆ, ਈਜ਼ੀ ਹੋ ਗਿਆ। ਕਿਵੇਂ ਹੋ ਗਿਆ, ਹੁਣ ਪਤਾ ਹੈ ਕਿ ਹਾਂ ਵੀ ਹਰੇਕ ਪ੍ਰੋਡਕਟ 'ਤੇ ਫਿਕਸ ਜਿਹੜੇ ਰੇਟ ਨੇਗੇ GST ਦੇ ਫਿਕਸ ਨੇਗੇ, ਇਸ ਲਈ ਨਾਲੇ ਉਹਨਾਂ ਨੂੰ ਬਿਜ਼ਨਸ 'ਚ ਕਿਉਂ ਆਸਾਨੀ ਹੋਈ। ਹੁਣ ਉਹਨਾਂ ਨੇ ਜਿਵੇਂ ਪਹਿਲਾਂ ਕੀ ਹੁੰਦੇ, ਸਰਵਿਸ ਟੈਕਸ ਦੀ ਫਾਈਲ ਅੱਡ ਤਿਆਰ ਕਰਨੀ ਪੈਂਦੀ ਸੀਗੀ, ਵੈਟ ਦੀ ਅੱਡ ਕਰਨੀ ਪੈਂਦੀ ਸੀ, CST ਦੀ ਅੱਡ ਫਾਈਲ ਤਿਆਰ ਕਰਨੀ ਪੈਂਦੀ ਸੀ। ਹੁਣ ਕੀ ਹੈ, ਸਿਰਫ GST ਦੀ ਫਾਈਲ ਤਿਆਰ ਕਰਨੀ ਹੈ। ਐਂਡ ਦੈਨ ਨੋਨ ਕਾਸਕੇਡਿੰਗ ਇਫੈਕਟ। ਨੋਨ ਕਾਸਕੇਡਿੰਗ ਇਫੈਕਟ ਦਾ ਮਤਲਬ ਹੁੰਦਾ ਟੈਕਸ ਦੇ ਉੱਤੇ ਟੈਕਸ ਨਹੀਂ ਲੱਗਦਾ। ਮਤਲਬ ਐਵੇਂ ਨਹੀਂ ਹੈਗਾ ਕਿ ਜਿਵੇਂ ਪਹਿਲਾਂ ਕੀ ਸੀ, 100 ਰੁਪਏ ਦੀ ਗੁਡਸ 'ਤੇ ਟੈਕਸ ਲੱਗ ਗਿਆ, ਫਿਰ ਮੰਨ ਲਓ ਅੱਗੇ ਆਪਾਂ 120 ਰੁਪਏ ਦੀ ਮੰਨ ਲਓ ਮੈਨੇ ਕਿਸੇ ਬੰਦੇ ਤੋਂ 100 ਰੁਪਏ ਦੀ ਚੀਜ਼ ਖਰੀਦੀ, ਤਾਂ ਉਹ 'ਤੇ ਟੈਕਸ ਲਾਤਾ। ਠੀਕ ਹੈ, ਉਹ ਵੱਧ ਗਈ। ਮੈਂ ਮੰਨ ਲਓ ਕਿਸੇ ਚੀਜ਼ ਤੋਂ ਬੰਦੇ ਤੋਂ 100 ਰੁਪਏ ਦੀ ਚੀਜ਼ ਖਰੀਦ ਰਿਹਾ, ਠੀਕ ਹੈ, ਉਹਦੇ ਉੱਤੇ ਟੈਕਸ ਲੱਗਿਆ ਹੋਇਆ, ਫਿਰ ਬਾਅਦ ਦੇ ਵਿੱਚ ਮੈਂ ਉੱਥੇ ਪ੍ਰੋਫਿਟ ਜੋੜ ਕੇ 120 ਰੁਪਏ ਦੀ ਵੇਚ ਰਿਹਾ, ਤਾਂ ਮਤਲਬ ਉਸ ਬੰਦੇ ਤੋਂ 120 ਰੁਪਏ ਦੇ ਹਿਸਾਬ ਨਾਲ ਮੈਂ ਟੈਕਸ ਚਾਰਜ ਕਰ ਰਿਹਾ। ਤਾਂ ਮਤਲਬ ਕੀ ਹੁੰਦਾ ਇਹ 'ਚ, ਇਹ ਨੋ ਕਾਸਕੇਡਿੰਗ ਇਫੈਕਟ। ਮਤਲਬ ਪਹਿਲਾਂ ਤਾਂ ਉਹਦੀ ਵੈਲਿਊ ਤਾਂ ਐਕਚੁਅਲ ਦੇ ਵਿੱਚ ਕਿੰਨੀ ਸੀਗੀ, ਮੰਨ ਲਓ 90 ਰੁਪਏ ਦੀ ਵੈਲਿਊ ਸੀਗੀ, 90 ਦੇ ਵਿੱਚ ਮੈਨੇ ਕਿਸੇ ਬੰਦੇ ਨੂੰ ਟੈਕਸ ਲਾਇਆ, ਟੈਕਸ ਦੇ ਕੇ ਚੀਜ਼ ਖਰੀਦੀ, ਉਹ 100 ਰੁਪਏ ਦੀ ਹੋ ਗਈ। ਠੀਕ ਹੈ, ਫਿਰ ਉਸ ਤੋਂ ਬਾਅਦ ਅੱਗੇ ਮੈਂ ਪ੍ਰੋਫਿਟ 'ਤੇ ਜੋੜ ਕੇ ਉਹ ਤੋਂ 120 ਰੁਪਏ ਤੋਂ ਟੈਕਸ ਜੋੜ ਕੇ ਵੇਚ ਰਿਹਾ, ਤਾਂ ਉਹ ਮੈਂ ਜਿਹੜਾ ਟੈਕਸ ਕੱਢ ਰਿਹਾ, ਮੈਂ ਉਹ 120 'ਤੇ ਕੱਢ ਰਿਹਾ, ਪਰ ਐਕਚੁਅਲ 'ਚ ਵੈਲਿਊ ਤਾਂ ਉਹ 90 ਰੁਪਏ ਦੀ ਸੀ ਨਾ। ਤਾਂ ਮਤਲਬ ਇਹ ਨੋ ਕਾਸਕੇਡਿੰਗ ਇਫੈਕਟ ਦਾ ਮਤਲਬ ਹੁੰਦਾ ਹੈ ਕਿ ਆਪਾਂ ਜਦੋਂ ਆਲਰੇਡੀ ਕਿਸੇ ਗੁਡਸ ਦੇ ਉੱਤੇ ਟੈਕਸ ਜੁੜਿਆ ਹੋਵੇ, ਅੱਗੇ ਆਪਣੀ ਵੈਲਿਊ ਹੋਰ ਵੱਧ ਜਾਂਦੀ ਹੈ, ਉਸ ਤੋਂ ਬਾਅਦ ਆਪਾਂ ਅੱਗੇ ਟੈਕਸ ਉਹਦੇ ਵੈਲਿਊ 'ਤੇ ਲਗਾ ਦਿੰਦੇ ਹਾਂ, ਫਿਰ ਉਹ ਕਾਸਕੇਡਿੰਗ ਬਣ ਜਾਂਦਾ। ਇਸ ਲਈ ਇਹਦਾ GST ਦੇ ਕਾਰਨ ਨੋ ਕਾਸਕੇਡਿੰਗ ਇਫੈਕਟ ਹੋ ਗਿਆ। ਮਤਲਬ ਆਪਾਂ ਨੂੰ ਹਮੇਸ਼ਾ ਕੀ ਹੈ, ਇੱਕੋ ਹੀ ਗੁਡਸ 'ਤੇ ਟੈਕਸ ਲਗਾਉਂਦੇ ਹਾਂ ਜਿਹੜੀ ਆਪਣੀ ਉਹਦੀ ਐਕਚੁਅਲ 'ਚ ਵੈਲਿਊ ਹੈਗੀ ਆ। ਸਿੰਪਲੀਫਾਈ ਹੋ ਗਿਆ, ਇਨਡਾਇਰੈਕਟ ਟੈਕਸ ਸਿੰਪਲੀਫਾਈ ਹੋ ਗਿਆ। ਜਿਹੜੇ ਵੀ ਰੇਟਸ ਨੇਗੇ ਫਿਕਸ ਨੇਗੇ, ਉਹ ਰੇਟ ਦੇ ਅਕੋਰਡਿੰਗ ਹੀ ਕਰਦੇ ਆ। ਗੁਡਸ ਬਹੁਤ ਜ਼ਿਆਦਾ ਕੀ ਹੋ ਗਿਆ, ਸਸਤੀ ਹੋ ਗਈਆਂ ਪਹਿਲਾਂ ਨਾਲੋਂ। ਕਲੀਅਰ ਹੈ ਗੱਲ ਸਟੂਡੈਂਟਸ। ਅੱਗੇ ਦੇਖੋ ਸਟੂਡੈਂਟਸ, ਕਲਾਸੀਫਿਕੇਸ਼ਨ ਆਫ GST। ਕਲਾਸੀਫਿਕੇਸ਼ਨ ਦਾ ਦੇਖੋ, ਇਹਦੇ ਵਿੱਚ ਕੀ ਹੈ, ਜਿਹੜੀ GST ਹੈ ਉਹ ਕੀ ਹੈ ਸਟੂਡੈਂਟਸ, 3 ਟਾਈਪ ਦੀ ਹੁੰਦੀ ਹੈ। ਇੱਕ ਤਾਂ ਹੁੰਦਾ CGST, ਇੱਕ ਹੁੰਦੀ ਹੈ SGST, ਇੱਕ ਹੁੰਦੀ ਹੈ IGST। ਠੀਕ ਹੈ, CGST ਸੈਂਟਰਲ, ਫਿਰ SGST ਸਟੇਟ, IGST ਕੀ ਹੁੰਦੀ ਹੈ ਇੰਟੀਗ੍ਰੇਟਡ। ਠੀਕ ਹੈ, ਜਿਹੜੀ ਸੈਂਟਰਲ ਮਤਲਬ CGST ਅਤੇ SGST ਹੁੰਦੀ ਹੈ, ਉਹ ਕੀ ਹੈ ਇੰਟਰਾ ਸਟੇਟ ਲੱਗਦੀ ਹੈ। ਮਤਲਬ ਇੰਟਰਾ ਸਟੇਟ ਦਾ ਮਤਲਬ ਇਨਸਾਈਡ ਦਾ ਸਟੇਟ, ਮਤਲਬ ਇਨਸਾਈਡ ਦਾ ਸਟੇਟ ਦਾ ਮਤਲਬ ਇਹ ਹੈ ਕਿ ਸਟੇਟ ਦੇ ਅੰਦਰ ਹੀ ਆਪਾਂ ਗੁਡਸ ਨੂੰ ਵੇਚ ਰਹੇ ਹਾਂ, ਖਰੀਦ ਰਹੇ ਹਾਂ, ਉਹਨੂੰ ਕੀ ਬੋਲਦੇ ਹਾਂ ਆਪਾਂ, CGST SGST। ਹੁਣ ਦੇਖੋ, ਜੇਕਰ ਆਪਾਂ ਇਕੱਲਾ CGST SGST ਦੇ ਵਿੱਚ ਆਪਾਂ ਮਿਕਸ ਅਪ ਦੇਖੋ,
CGST ਦੀ ਫੁੱਲ ਫਾਰਮ ਦੱਸਤੀ, SGST ਦੀ ਫੁੱਲ ਫਾਰਮ ਵੀ, ਇਹ ਵੀ ਦੋਨੋਂ CGST SGST ਸਟੇਟ ਦੇ ਅੰਦਰ ਹੀ ਲੱਗਦਾ। ਬਟ ਇੱਕ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਇੰਟਰਾ ਸਟੇਟ ਦੀ ਗੱਲ, ਮਤਲਬ ਇੰਟਰਾ ਸਟੇਟ ਹੋਵੇ ਤਾਂ ਮਤਲਬ ਵਿਦਿਨ ਦੀ ਸਟੇਟ ਦੀ ਗੱਲ ਚੱਲ ਰਹੀ ਹੈ, ਠੀਕ ਹੈ, ਇੰਟਰਾ ਸਟੇਟ ਦੇ ਇਹ। ਪਰ ਇਹਦੇ ਵਿੱਚ ਜਿਹੜਾ ਬੋਥ CGST SGST ਦੋਨੋਂ ਆਪਾਂ ਚਾਰਜ ਕਰਦੇ ਹਾਂ, ਪਰ ਇੱਕ ਹੋਰ ਵੀ ਆਉਂਦੀ ਹੈ ਇਹਦੇ ਵਿੱਚ UTGST, ਯੂਨੀਅਨ ਟੈਰਾਟਰੀ GST ਵੀ ਹੁੰਦੀ ਹੈ ਇਸੇ ਦੇ ਅੰਦਰ ਹੀ, ਠੀਕ ਹੈ। ਜਦੋਂ ਆਪਾਂ ਚਾਰਜ ਕਰਦੇ ਹਾਂ SGST ਨੂੰ ਆਪਾਂ ਕੀ ਕਰਦੇ ਹਾਂ, UTGST ਵੀ ਬੋਲ ਸਕਦੇ ਹਾਂ, ਠੀਕ ਹੈ। ਜਦੋਂ ਆਪਾਂ ਇਹਨੂੰ ਚਾਰਜ ਕਰਦੇ ਹਾਂ ਤਾਂ ਹਾਫ ਆਫ ਦਾ ਪ੍ਰਿਸਕ੍ਰਾਈਬਡ ਰੇਟ ਆਫ ਟੈਕਸ ਲਾ ਦਿੰਦੇ ਹਾਂ। ਮਤਲਬ ਅਗਰ ਕਿਸੇ ਪ੍ਰੋਡਕਟ 'ਤੇ 18% ਚਾਰਜ ਕਰਨਾ ਹੈ, ਕਿਸੇ ਪ੍ਰੋਡਕਟ 'ਤੇ 18% ਚਾਰਜ ਕਰਨਾ ਹੈ, ਜਦੋਂ ਪਤਾ ਹੈ ਵਿਦਿਨ ਸਟੇਟ ਵੇਚ ਰਹੇ ਹਾਂ, ਉਹਦੇ ਵਿੱਚ CGST ਵੀ ਲੱਗੇਗਾ ਅਤੇ SGST ਵੀ ਲੱਗੇਗਾ, ਤਾਂ ਆਪਾਂ CGST ਨੂੰ 9% ਕਰ ਲਾਂਗੇ, SGST ਨੂੰ ਵੀ 9% ਕਰ ਲਾਂਗੇ, ਟੋਟਲ ਕਰਾਂਗੇ ਤਾਂ 18%। ਪਰ ਜਦੋਂ ਵਿਦਿਨ ਸਟੇਟ ਵੇਚ ਰਹੇ ਹਾਂ ਤਾਂ ਆਪਾਂ ਦੋਨਾਂ ਨੂੰ ਕੀ ਕਰ ਦੇਣਾ, ਟੁਕੜਿਆਂ 'ਚ ਡਿਵਾਈਡ ਕਰ ਲੈਂਦੇ ਹਾਂ, ਠੀਕ ਹੈ। ਤਾਂ ਹਮੇਸ਼ਾ ਜਦੋਂ ਵਿਦਿਨ ਸਟੇਟ ਆਪਾਂ ਵੇਚ ਰਹੇ ਹਾਂ, ਆਪਾਂ ਨੂੰ ਦੋ ਟੈਕਸ ਪੇ ਕਰਨੇ ਪੈਂਦੇ ਨੇ, ਇੱਕ ਤਾਂ CGST, ਇੱਕ SGST। ਕਿਸੇ ਪ੍ਰੋਡਕਟ ਦੇ ਉੱਤੇ ਜੇ ਅਗਰ ਟੋਟਲ ਮੰਨ ਲਓ 18% ਹੈ ਤਾਂ ਆਪਾਂ ਉਹਦਾ ਹਾਫ ਕਰ ਦਾਂਗੇ, ਹਾਫ ਕਰਕੇ ਮਤਲਬ ਉਹ ਇੱਕ CGST ਨੂੰ ਕਰ ਦਾਂਗੇ, ਇੱਕ SGST ਨੂੰ ਕਰ ਦਾਂਗੇ। ਆਹ ਸਮਝ ਆ ਗਿਆ ਸਾਰਿਆਂ ਨੂੰ ਸਟੂਡੈਂਟ? ਆਈ ਹੋਪ ਸਾਰਿਆਂ ਨੂੰ ਪਤਾ ਲੱਗਿਆ। ਹੁਣ ਤੁਹਾਨੂੰ ਮੈਂ ਰਿਪੀਟ ਕਰ ਦਿੰਦਾ, ਕਹਿੰਦੇ ਜਿਹੜੇ CGST ਆ ਉਹ ਵਿਦਿਨ ਸਟੇਟ ਲੱਗਦਾ, ਸਟੇਟ ਦੇ ਅੰਦਰ ਹੀ ਲੱਗਦਾ। SGST ਵੀ ਵਿਦਿਨ ਸਟੇਟ ਲੱਗਦਾ ਹੈ। SGST ਨੂੰ ਆਪਾਂ UTGST ਵੀ ਬੋਲ ਸਕਦੇ ਹਾਂ, ਯੂਨੀਅਨ ਟੈਰੀਟਰੀ SGST, ਠੀਕ ਹੈ। ਪਰ ਇਹ ਟੈਕਸ ਕਿਵੇਂ ਲੱਗਦਾ ਹੈ, ਅਗਰ ਕਿਸੇ ਪ੍ਰੋਡਕਟ ਦੇ ਉੱਤੇ ਮੰਨ ਲਓ 20% ਟੈਕਸ ਹੈ, ਉਹਨੂੰ ਆਪਾਂ 20% ਦਾ ਚਾਰਜ ਕਰਨਾ, ਪਰ ਆਪਾਂ CGST 'ਤੇ 10% ਕਰ ਦਾਂਗੇ, SGST ਦੇ ਵੀ 10% ਕਰ ਦਾਂਗੇ, ਮਤਲਬ ਹਾਫ ਹਾਫ ਕਰਕੇ ਟੈਕਸ ਲਗਾਉਣਾ ਹੁੰਦਾ। ਤਾਂ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਆਉਂਦਾ ਸਟੂਡੈਂਟਸ ਇੰਟੀਗ੍ਰੇਟਡ GST। ਇੰਟੀਗ੍ਰੇਟਡ GST ਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਹੁੰਦਾ ਇਹ ਆਊਟਸਾਈਡ ਦਾ ਸਟੇਟ, ਮਤਲਬ ਆਪਾਂ ਜਦੋਂ ਸਟੇਟ ਤੋਂ ਬਾਹਰ ਕੋਈ ਚੀਜ਼ ਵੇਚ ਰਹੇ ਹਾਂ ਤਾਂ ਉੱਥੇ ਕੀ ਆਪਾਂ ਇੰਟੀਗ੍ਰੇਟਡ GST ਲਾਵਾਂਗੇ, ਇਹ ਇੱਕੋ ਹੀ ਟੈਕਸ ਲਾਵਾਂਗੇ। ਇੱਥੇ ਤਾਂ ਆਪਾਂ ਨੂੰ ਦੋ ਟੈਕਸ ਲਾਣੇ ਪੈਂਦੇ ਸੀਗੇ ਵਿਦਿਨ ਸਟੇਟ 'ਚ, ਅਤੇ ਇੱਕ ਹੀ ਲਾਵਾਂਗੇ। ਅਗਰ ਕਿਸੇ ਪ੍ਰੋਡਕਟ ਦਾ ਰੇਟ 18% ਹੈ ਤਾਂ ਆਪਾਂ 18% ਇੱਕੋ ਹੀ ਟੈਕਸ ਚਾਰਜ ਕਰਾਂਗੇ, ਇਹਦੇ ਵਿੱਚ ਆਪਾਂ ਹਾਫ ਨਹੀਂ ਕਰਨਾ, ਕੁਛ ਨਹੀਂ ਹੈ, ਅਤੇ ਪੂਰਾ ਦਾ ਪੂਰਾ ਟੈਕਸ ਲਗਾਉਣਾ ਇੱਕੋ ਹੀ ਪ੍ਰੋਡਕਟ 'ਤੇ। ਉੱਥੇ ਆਪਾਂ ਵਰਡ ਲਿਖਣਾ ਸਿਰਫ IGST, ਆਪਾਂ IGST ਨੂੰ ਡਿਨੋਟ ਕਰਾਂਗੇ। ਤਾਂ ਕਲੀਅਰ ਹੋ ਗਿਆ ਸਾਰਿਆਂ ਨੂੰ ਸਟੂਡੈਂਟ? ਨਾਲ ਨਾਲ ਕਾਪੀ 'ਤੇ ਉਤਾਰਦੇ ਰਹੋ ਤਾਂ ਜੋ ਤੁਹਾਨੂੰ ਪੇਪਰ ਦੇ ਵਿੱਚ ਵੀ ਆਸਾਨੀ ਹੋਵੇ। ਨਾਲ ਇਹਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਠੀਕ ਹੈ। ਹਾਂ, ਕੋਈ ਵੀ ਸਟੂਡੈਂਟ, ਬਹੁਤ ਸਾਰੇ ਸਟੂਡੈਂਟਸ ਇਹੀ ਹੈ ਕਿ ਮਤਲਬ ਵੀਡੀਓ ਦੇਖ ਲੈਂਦੇ, ਕੋਈ ਲਾਈਕ ਨਹੀਂ, ਕੋਈ ਕਮੈਂਟ ਨਹੀਂ, ਕੁਛ ਨਹੀਂ ਕਰਦੇ, ਠੀਕ ਹੈ। ਅਤੇ ਅੱਗੇ ਦੇਖੋ ਰਿਵਰਸ ਚਾਰਜ। ਰਿਵਰਸ ਚਾਰਜ ਕੀ ਹੁੰਦਾ? Reverse charge means that GST is not charged by the person selling the goods and services or both, but is paid by the person purchasing the goods or services or both। ਹੁਣ ਮੈਂ ਤੁਹਾਨੂੰ ਇਹ ਰਿਵਰਸ ਚਾਰਜ, ਇਹਨੂੰ ਇਨਪੁਟ ਕ੍ਰੈਡਿਟ ਦੀ ਫੈਸਿਲਿਟੀ ਜਾਂ ਰਿਵਰਸ ਚਾਰਜ, ਹੁਣ ਮੈਂ ਇਹਨੂੰ ਬੜੀ ਡਿਟੇਲ 'ਚ ਸਮਝਾਉਣਾ, ਤੁਹਾਨੂੰ ਧਿਆਨ ਨਾਲ ਸਮਝੋ। ਇੱਦਾਂ ਦੇਖੋ ਸਾਰਿਆਂ ਨੂੰ, ਇਹ ਕੀ ਹੈ, ਮੰਨ ਲਓ A ਹੈ, ਠੀਕ ਹੈ, ਆਹ B ਹੈ, ਆਹ C ਹੈ, ਮੰਨ ਲਓ ਆਪਾਂ ਹੈ B, ਇਹ ਆਪਾਂ ਇੱਥੇ ਖੜ੍ਹੇ ਹਾਂ। ਆਪਾਂ ਨੇ ਕਿਸੇ ਬੰਦੇ ਤੋਂ ਕੋਈ ਚੀਜ਼ ਖਰੀਦੀ, ਮੰਨ ਲਓ 100 ਰੁਪਏ ਦੀ ਚੀਜ਼ ਸੀਗੀ, ਉਹਨੂੰ ਆਪਾਂ ਨੇ 10% ਟੈਕਸ ਪੇ ਕਰਤਾ, ਮਤਲਬ ਆਪਾਂ ਉਸ ਬੰਦੇ ਨੂੰ 110 ਰੁਪਏ ਦੇ ਚੁੱਕੇ, ਮਤਲਬ ਟੈਕਸ ਆਪਾਂ ਨੇ ਕਿੰਨਾ ਪੇ ਕੀਤਾ, 10 ਰੁਪਏ। ਉਸ ਤੋਂ ਬਾਅਦ ਅੱਗੇ ਮੈਨੇ ਕਿਸੇ ਨੂੰ ਵੇਚੀ, ਉਹ ਤੋਂ ਮੈਂ ਟੈਕਸ ਵਸੂਲ ਕੀਤਾ 12 ਰੁਪਏ। ਮੰਨ ਲਓ ਮੈਂ ਉਸ ਬੰਦੇ ਨੂੰ ਵੇਚੀ ਅੱਗੇ ਮੰਨ ਲਓ 32 ਰੁਪਏ ਦੀ ਵੇਚਤੀ, ਤਾਂ ਉਸ ਤੋਂ ਬੰਦੇ ਤੋਂ ਮੰਨ ਲਓ ਪ੍ਰੋਫਿਟ ਜੋੜ ਕੇ, ਠੀਕ ਹੈ, ਉਹਨੂੰ ਮੈਂ ਉਹ ਤੋਂ ਟੈਕਸ ਲਿਆ ਮੈਨੇ 12 ਰੁਪਏ। ਸਮਝ ਆ ਗਈ ਗੱਲ? ਹੁਣ ਆਹ ਗੌਰਮੈਂਟ ਹੈ, ਹੁਣ ਗੌਰਮੈਂਟ ਦੇ ਖਾਤੇ 'ਚ ਕੀ ਜਾਊਗਾ? ਹੁਣ ਆਹ ਵਾਲਾ ਬੰਦਾ ਠੀਕ ਹੈ, ਆਪਾਂ ਨੇ 10 ਰੁਪਏ ਤਾਂ ਪੇ ਕਰਤੇ, ਠੀਕ ਹੈ। ਅੱਗੇ ਆਪਾਂ ਉਸ ਤੋਂ ਕਿੰਨੇ ਵਸੂਲੇ ਨੇਗੇ? 12 ਰੁਪਏ। ਮਤਲਬ ਮੈਨੇ 10 ਰੁਪਏ ਤਾਂ ਪੇ ਕਰਤੇ ਨਾ ਗੌਰਮੈਂਟ ਨੂੰ, 12 ਰੁਪਏ ਮੈਂ ਉਹ ਤੋਂ ਵਸੂਲ ਲਏ, ਠੀਕ ਹੈ। ਪਰ ਹੁਣ ਗੌਰਮੈਂਟ ਦੇ ਖਾਤੇ 'ਚ ਹੋਰ ਕਿੰਨੇ ਜਾਣੇ ਚਾਹੀਦੇ ਨੇਗੇ? 2 ਰੁਪਏ। ਮਤਲਬ 10 ਰੁਪਏ ਮੈਂ ਇਹਨੂੰ ਪੇ ਕੀਤੇ ਨੇ, ਪਰ ਤੁਹਾਨੂੰ ਪਤਾ ਜਿਹੜਾ ਬੰਦਾ ਟੈਕਸ ਕਲੈਕਟ ਕਰਦਾ ਉਹਦਾ ਫਰਜ਼ ਬਣਦਾ ਉਹ ਗੌਰਮੈਂਟ ਨੂੰ ਜਮ੍ਹਾਂ ਕਰਾਏਗਾ। ਹੁਣ ਇਹ ਗੌਰਮੈਂਟ ਨੂੰ 10 ਰੁਪਏ ਜਮ੍ਹਾਂ ਕਰਾਏਗਾ, ਠੀਕ ਹੈ। ਹੁਣ ਮੈਂ ਤਾਂ 10 ਰੁਪਏ ਪੇ ਕਰਤੇ ਨਾ ਟੈਕਸ ਦੇ, ਅੱਗੇ ਤੋਂ ਮੈਂ ਕਿਸੇ ਬੰਦੇ ਤੋਂ ਟੈਕਸ ਦੇ ਵਸੂਲੇ ਨੇ 12 ਰੁਪਏ, ਤਾਂ ਹੁਣ ਗੌਰਮੈਂਟ ਕੋਲ ਪਹਿਲਾਂ 10 ਰੁਪਏ ਚਲੇ ਗਏ,
ਹੁਣ ਮੈਂ ਉਸ ਬੰਦੇ ਤੋਂ 12 ਰੁਪਏ ਵਸੂਲੇ ਨੇ, ਤਾਂ ਇਸ ਦਾ ਮਤਲਬ ਮੈਂ 10 ਰੁਪਏ ਆਲਰੇਡੀ ਇਸ ਗੁਡਸ 'ਤੇ ਮੈਂ ਪੇ ਕਰ ਚੁੱਕਿਆ, ਅਤੇ 2 ਰੁਪਏ ਮੈਨੂੰ ਹੋਰ ਵੱਧ ਆ ਗਏ, ਤਾਂ ਮੈਂ ਹੁਣ 2 ਰੁਪਏ ਹੋਰ ਗੌਰਮੈਂਟ ਨੂੰ ਪੇ ਕਰੂੰਗਾ। ਤਾਂ ਗੌਰਮੈਂਟ ਕੋਲ ਟੋਟਲ ਇੱਕ ਗੁਡਸ ਦੇ 12 ਰੁਪਏ ਆਏ ਨੇ। ਸਮਝ ਆਈ ਗੱਲ। ਅਗਰ ਇਹ ਹੋਊਗਾ ਹਾਂ ਪਹਿਲਾਂ ਮੈਂ 10 ਰੁਪਏ ਉਹਨੂੰ ਪੇ ਕਰਤੇ, ਗੌਰਮੈਂਟ ਕੋਲ 10 ਰੁਪਏ ਵੀ ਚਲੇ ਗਏ, ਫਿਰ 12 ਰੁਪਏ ਤੋਂ ਲੈ ਲਏ, ਫਿਰ 12 ਰੁਪਏ ਤੋਂ ਚਲੇ ਗਏ, ਤਾਂ ਗੌਰਮੈਂਟ ਤਾਂ ਮਤਲਬ 22 ਰੁਪਏ ਲਏਗੀ ਇੱਕੋ ਹੀ ਪ੍ਰੋਡਕਟ 'ਤੇ। ਤਾਂ ਇਸ ਦਾ ਮਤਲਬ ਇਹੀ ਹੈ ਕਿ ਟੈਕਸ ਓਨਾ ਹੀ ਚਾਹਣਾ ਚਾਹੀਦਾ ਜਿੰਨਾ ਆਪਾਂ ਇਹਨੂੰ ਬੋਲਦੇ ਨੇ ਇਨਪੁਟ ਟੈਕਸ ਕ੍ਰੈਡਿਟ, ਇਹਨੂੰ ਬੋਲਦੇ ਨੇ ਇਨਪੁਟ ਟੈਕਸ ਕ੍ਰੈਡਿਟ। ਜਿਹੜਾ ਮੈਂ ਟੈਕਸ ਆਲਰੇਡੀ ਪੇ ਕਰ ਚੁੱਕਿਆ, ਉਸ ਤੋਂ ਬਾਅਦ ਉਹਨੂੰ 12 ਰੁਪਏ ਤਾਂ ਉਹ ਤੋਂ ਵਸੂਲੇ ਨੇ, 10 ਆਲਰੇਡੀ ਪੇ ਕਰਕੇ 2 ਰੁਪਏ ਜਿਹੜੇ ਬਚਦੇ ਨੇ ਉਹ ਇਹ ਆਪਾਂ ਨੂੰ ਗੌਰਮੈਂਟ ਇਨਪੁਟ ਟੈਕਸ ਫੈਸਿਲਿਟੀ ਦਿੰਦੀ ਹੈ, ਰਿਵਰਸ ਚਾਰਜ ਇਹਨੂੰ ਬੋਲਦੇ ਹਾਂ। ਤਾਂ ਇਹ ਪੁਆਇੰਟ ਇਹਦੇ ਅੰਦਰ ਆ ਜਾਂਦਾ ਹੈ। ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ ਸਾਰੇ ਸਟੂਡੈਂਟਸ, ਹੁਣ ਆ ਜਾਂਦਾ ਕੈਟਾਗਰੀਜ਼ ਆਫ ਅਕਾਊਂਟਿੰਗ ਪਰਪਜ਼। ਕਹਿੰਦੇ ਇੱਕੋ ਇਨਪੁਟ ਹੁੰਦੀ ਹੈ, ਦੇਖੋ ਇੱਕੋ ਇਨਪੁਟ ਹੁੰਦੀ ਹੈ CGST SGST ਇਨਪੁਟ IGST, ਫਿਰ ਆਊਟਪੁੱਟ CGST SGST, ਫਿਰ ਆਊਟਪੁੱਟ IGST। ਇਹਨੂੰ ਮੈਂ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਨੂੰ ਪੇਜ 'ਤੇ ਸਮਝਾਉਣਾ, ਤੁਹਾਡਾ ਸਾਰਾ ਮੀਨਿੰਗ ਕਲੀਅਰ ਹੋ ਜਾਏਗਾ। ਦੇਖੋ ਸਟੂਡੈਂਟਸ, ਆਪਾਂ ਨੇ ਇੱਥੇ ਕੀ ਲਿਖਿਆ, ਇਨਪੁਟ CGST SGST IGST। ਹੁਣ ਇੱਥੇ ਇਹਨੂੰ ਧਿਆਨ ਨਾਲ ਸਮਝੋ। ਹੁਣ ਮੰਨ ਲਓ ਇਹ ਆਪਾਂ ਖੜ੍ਹੇ ਹਾਂ, ਆਪਾਂ ਨੇ ਕਿਸੇ ਬੰਦੇ ਨੂੰ ਪਰਚੇਜ਼ ਕੀਤਾ, ਆਪਾਂ ਨੇ ਕਿਸੇ ਬੰਦੇ ਤੋਂ ਪਰਚੇਜ਼ ਕੀਤਾ। ਜਦੋਂ ਆਪਾਂ ਕੋਈ ਚੀਜ਼ ਪਰਚੇਜ਼ ਕਰ ਰਹੇ ਹੁੰਦੇ ਹਾਂ, ਤਾਂ ਆਪਾਂ ਜਿਹੜਾ ਟੈਕਸ ਪੇ ਕਰਦੇ ਹੁੰਦੇ ਹਾਂ, ਪਰਚੇਜ਼ ਕਰਨ 'ਤੇ ਤੁਹਾਨੂੰ ਪਤਾ ਟੈਕਸ ਪੇ ਕਰ ਰਹੇ ਹੁੰਦੇ ਹਾਂ, ਤਾਂ ਉਦੋਂ ਬੋਲਦੇ ਹਾਂ ਆਪਾਂ ਇਨਪੁਟ, ਉਦੋਂ ਆਪਾਂ ਇਨਪੁਟ CGST ਇਨਪੁਟ SGST ਕਰਦੇ ਹੁੰਦੇ ਹਾਂ। ਉਹਨੂੰ ਆਪਾਂ ਇਨਪੁਟ CGST SGST ਡਿਨੋਟ ਕਰਦੇ ਹੁੰਦੇ ਹਾਂ ਜਦੋਂ ਆਪਾਂ ਕੋਈ ਚੀਜ਼ ਪਰਚੇਜ਼ ਕਰ ਰਹੇ ਹੁੰਦੇ ਹਾਂ। ਤਾਂ ਐਂਟਰੀ ਦੇ ਵਿੱਚ ਵੀ ਕੀ ਆਉਂਦਾ, ਪਰਚੇਜ਼ ਅਕਾਊਂਟ ਡੈਬਿਟ, ਇਨਪੁਟ CGST ਅਕਾਊਂਟ ਡੈਬਿਟ, ਇਨਪੁਟ SGST ਅਕਾਊਂਟ ਡੈਬਿਟ। ਜਦੋਂ ਆਪਾਂ ਇਕੱਲੀ IGST ਦੀ ਗੱਲ ਕਰੀਏ, ਤਾਂ ਆਪਾਂ ਕੀ ਕਰਦੇ ਹਾਂ, ਕੋਈ ਚੀਜ਼ ਪਰਚੇਜ਼ ਕਰ ਰਹੇ ਹੁੰਦੇ ਹਾਂ ਤਾਂ ਇਨਪੁਟ IGST ਲਿਖਦੇ ਹੁੰਦੇ ਹਾਂ। ਬਸ ਇਹ ਦੋ ਦੀ ਜਗ੍ਹਾ ਸਿਰਫ ਇੱਕ ਲਿਖਣਾ ਹੁੰਦਾ। ਤਾਂ ਇੱਥੇ ਜਦੋਂ ਆਪਾਂ ਕੋਈ ਚੀਜ਼ ਪਰਚੇਜ਼ ਕਰ ਰਹੇ ਹੋਈਏ, ਤਾਂ ਉਦੋਂ ਇਨਪੁਟ ਵਰਡ ਯੂਜ਼ ਹੁੰਦਾ ਜਦੋਂ ਮਤਲਬ ਕੋਈ ਚੀਜ਼ ਖਰੀਦ ਰਹੇ ਹੋਈਏ, ਠੀਕ ਹੈ। ਜਦੋਂ ਆਪਾਂ ਨੂੰ ਹੁਣ ਦੇਖੋ ਇੱਥੇ ਆ ਜਾਂਦਾ ਆਊਟਪੁੱਟ CGST, ਆਊਟਪੁੱਟ SGST, ਆਊਟਪੁੱਟ IGST। ਜਦੋਂ ਆਪਾਂ ਕਿਸੇ ਬੰਦੇ ਨੂੰ ਕੋਈ ਚੀਜ਼ ਵੇਚ ਰਹੇ ਹੋਈਏ, ਸੇਲ ਕਰ ਰਹੇ ਹੋਈਏ, ਹੁਣ ਆਪਾਂ ਬੰਦੇ ਤੋਂ ਸੇਲ ਕਰ ਰਹੇ ਹਾਂ, ਤਾਂ ਉਦੋਂ ਆਪਾਂ ਕੀਵਰਡ ਯੂਜ਼ ਕਰਦੇ ਹੁੰਦੇ ਹਾਂ ਆਊਟਪੁੱਟ CGST, ਆਊਟਪੁੱਟ SGST, ਜਾਂ ਫਿਰ ਇਕੱਲਾ ਆਊਟਪੁੱਟ IGST। ਸਮਝ ਆ ਗਈ ਸਟੂਡੈਂਟਸ। ਇੱਥੇ ਆਪਾਂ ਨੂੰ ਚੀਜ਼ ਜਾਰੀ ਆਪਣੇ ਕੋਲ, ਜਦੋਂ ਆਪਣੇ ਕੋਲ ਚੀਜ਼ ਜਾਰੀ ਹੁੰਦੀ ਹੈ ਤਾਂ ਆਪਾਂ ਉਦੋਂ ਵਰਡ ਯੂਜ਼ ਕਰ ਦਿੰਦੇ ਹਾਂ ਆਊਟਪੁੱਟ। ਇੱਥੇ ਆਪਾਂ ਜਦੋਂ ਜਰਨਲ ਐਂਟਰੀ ਪਾਵਾਂਗੇ ਤਾਂ ਇੱਥੇ ਟੂ ਵਰਡ ਯੂਜ਼ ਕਰਦੇ ਹੁੰਦੇ ਹਾਂ, ਠੀਕ ਹੈ। ਤਾਂ ਇਹ ਸਾਰੀ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ ਨੇ, ਇਹ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਬਟ ਤੁਹਾਨੂੰ ਇੰਨਾ ਪਤਾ ਲੱਗ ਗਿਆ ਕਿ ਇਨਪੁੱਟ ਦਾ ਮਤਲਬ ਕੀ ਹੁੰਦਾ। ਇਨਪੁੱਟ ਦਾ ਮਤਲਬ ਹੁੰਦਾ ਜਦੋਂ ਆਪਾਂ ਕੋਈ ਚੀਜ਼ ਪਰਚੇਜ਼ ਕਰ ਰਹੇ ਹੁੰਦੇ ਹਾਂ, ਜਦੋਂ ਖਰੀਦ ਰਹੇ ਹੁੰਦੇ ਹਾਂ, ਉਦੋਂ ਆਪਾਂ ਇਨਪੁੱਟ ਯੂਜ਼ ਕਰਨਾ ਹੁੰਦਾ। ਜਦੋਂ ਆਪਾਂ ਕੋਈ ਚੀਜ਼ ਵੇਚ ਰਹੇ ਹੁੰਦੇ ਹਾਂ, ਉਦੋਂ ਆਪਾਂ ਯੂਜ਼ ਕਰਨਾ ਹੁੰਦਾ ਆਊਟਪੁੱਟ। ਮਤਲਬ ਵੇਚਣ ਵੇਲੇ ਜਾ ਰਹੀ ਹੈ ਜਦੋਂ, ਉਦੋਂ ਆਪਾਂ ਆਊਟਪੁੱਟ, ਖਰੀਦਣ ਵੇਲੇ ਆ ਰਹੀ ਹੈ ਚੀਜ਼ ਤਾਂ ਉਦੋਂ ਇਨਪੁੱਟ। ਸਾਰਿਆਂ ਨੂੰ ਪਤਾ ਲੱਗ ਗਿਆ, ਸਾਰਿਆਂ ਨੂੰ ਸਮਝ ਆ ਗਿਆ ਸਟੂਡੈਂਟਸ। ਬਸ ਤੁਸੀਂ ਯਾਦ ਕੀ ਰੱਖਣਾ ਇਨਪੁੱਟ ਅਤੇ ਆਊਟਪੁੱਟ 'ਚ, ਜਦੋਂ ਆਪਾਂ ਕੋਈ ਚੀਜ਼ ਖਰੀਦ ਰਹੇ ਹੁੰਦੇ ਹਾਂ ਤਾਂ ਉਦੋਂ ਇਨਪੁੱਟ ਯੂਜ਼ ਕਰਨਾ ਹੁੰਦਾ, ਜਦੋਂ ਆਪਾਂ ਵੇਚ ਰਹੇ ਹੁੰਦੇ ਹਾਂ ਉਦੋਂ ਆਊਟਪੁੱਟ ਯੂਜ਼ ਕਰਨਾ ਹੁੰਦਾ। ਇਹ ਯਾਦ ਰੱਖਣਾ ਜਿਹੜਾ CGST SGST ਇੱਕੋ ਐਂਟਰੀ 'ਚ ਇਕੱਠਾ ਰਹਿੰਦੇ ਨੇਗੇ, ਪਰ IGST ਹਮੇਸ਼ਾ ਅਲੱਗ ਰਹਿੰਦਾ। ਜਦੋਂ ਆਪਾਂ ਇਨਪੁੱਟ ਯੂਜ਼ ਕਰਾਂਗੇ ਤਾਂ IGST ਇਕੱਲਾ ਲਿਖਾਂਗੇ, ਠੀਕ ਹੈ, ਉੱਥੇ ਆਊਟਪੁੱਟ ਦੇ ਵਿੱਚ ਇਕੱਲਾ ਲਿਖਾਂਗੇ। ਤਾਂ ਸਮਝ ਆ ਗਈ ਗੱਲ। ਆ ਤੁਹਾਨੂੰ ਮੈਂ ਡੈਫੀਨੇਸ਼ਨ ਦਿਖਾ ਦਿੰਦਾ। ਕਹਿੰਦੇ ਇਨਪੁੱਟ CGST ਕੀ ਹੁੰਦੀ ਹੈ। ਇਨਪੁੱਟ CGST ਇਜ਼ ਦਾ CGST ਪੇਡ ਔਨ ਇੰਟਰਾ ਸਟੇਟ ਪਰਚੇਜ਼। ਕਹਿੰਦੇ ਕੋਈ ਚੀਜ਼ ਆਪਾਂ ਇਹ ਯਾਦ ਰੱਖਣਾ ਬਸ ਕਿ ਜਦੋਂ ਸਟੇਟ ਦੇ ਅੰਦਰ ਆਪਾਂ ਕੋਈ ਚੀਜ਼ ਖਰੀਦ ਰਹੇ ਹਾਂ ਤਾਂ ਉਦੋਂ ਇਨਪੁੱਟ CGST ਅਤੇ ਇਨਪੁੱਟ SGST ਲੱਗਦਾ। ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ। ਕਲੀਅਰ ਹੋ ਗਿਆ ਸਾਰਿਆਂ ਨੂੰ ਸਟੂਡੈਂਟਸ।
ਤੇ ਆਹ ਤੁਹਾਨੂੰ ਇਨਪੁਟ SGST IGST ਸਾਰੀ ਡੈਫੀਨੇਸ਼ਨ ਲਿਖੀ ਹੋਈ ਹੈ। ਤਾਂ ਤੁਹਾਨੂੰ ਪੁਆਇੰਟ ਕਲੀਅਰ ਹੋ ਗਿਆ ਸਾਰਿਆਂ ਨੂੰ ਸਟੂਡੈਂਟਸ। ਤਾਂ ਇਹ ਆਪਣਾ GST ਦਾ ਟੋਪਿਕ ਆ ਕਲੀਅਰ ਹੋ ਚੁੱਕਾ ਅਤੇ ਆਈ ਹੋਪ ਸਾਰਿਆਂ ਨੂੰ ਸਮਝ ਆਇਆ ਹੋਊਗਾ। ਅਤੇ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।